ਤੁਸੀਂ ਸਾਈਕਲ ਸਵਾਰੀਆਂ ਜਿਹੜੇ ਚਲਾਉਂਦੇ ਨੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰ ਰਹੇ ਹੈ ਉਹਦੇ ਵਾਸਤੇ ਇੱਕ ਸੇਫਟੀ ਮੇਜਰ ਦੇ ਤੌਰ ਤੇ ਇਹ ਕੀਤਾ ਗਿਆ ਕਿ ਸਾਈਕਲ ਤੇ ਰਿਫਲੈਕਟਰ ਲੱਗਣੇ ਜ਼ਰੂਰੀ ਨੇ। ਭਾਰਤ ਸਰਕਾਰ ਨੇ ਇਹਦੀ ਐਕਸਟੈਂਸ਼ਨ ਦਿੱਤੀ 1 ਸਾਲ, ਜਿਹੜੀ ਮਿਆਦ 1 ਜਨਵਰੀ 2023 ਨੂੰ ਖਤਮ ਹੋਈ। ਉਦੋਂ ਤੱਕ ਸਾਡੇ 3-4 ਸਨਅਤਕਾਰਾਂ ਨੇ ਰਿਫਲੈਕਟਰ ਬਣਾ ਲਿਆ ਅਤੇ मैं कहने तो गुरेज नहीं कराँगा कि मैं 9 जनवरी ਨੂੰ खुद भुख हड़ताल ਤੇ बैठिया ਸੀਗਾ क्योंकि 1 जनवरी ਤੋਂ ਰਿਫਲੈਕਟਰ लगने लाजमी हो गए। ਉਹਦਾ ਨੋਟੀਫਿਕੇਸ਼ਨ 24 ਫਰਵਰੀ ਨੂੰ ਕਰ ਦਿੱਤਾ ਗਿਆ ਅਤੇ ਸਾਡੀ ਬਹੁਤ ਵੱਡੀ ਡਿਮਾਂਡ ਸੀਗੀ ਕਿ ਰਿਫਲੈਕਟਰ ਲਗਾਉਣ 'ਚ ਦਿੱਕਤ ਕੀ ਹੈ। ਕੰਪਲੀਟ ਕਰਨ ਦੀ ਬਜਾਏ ਅਸੀਂ ਐਸਕੇਡੀ ਫਾਰਮ ਜਿਹਨੂੰ ਸੈਮੀ ਨੌਕਡਾਊਨ ਕਹਿੰਦੇ ਆ ਡੱਬੇ 'ਚ ਪਾ ਕੇ ਪੁਰਜੇ ਸਾਰੇ ਭੇਜਦੇ ਆ। ਐਂਡ ਦੁਕਾਨਦਾਰ ਜਿਹਨੂੰ ਪਹੁੰਚਣ ਤੋਂ ਪਹਿਲਾਂ ਅਸੀਂ ਹੋਲਸੇਲਰ ਨੂੰ ਦਿੰਦੇ ਆ, ਉਹ ਸਬ ਹੋਲਸੇਲਰ ਨੂੰ ਦਿੰਦਾ ਹੈ, ਤਹਿਸੀਲ 'ਚ ਜਾਂਦਾ ਹੈ, ਡੀਲਰ ਨੂੰ ਜਾਂਦਾ, ਅੱਗੇ ਸਬ ਡੀਲਰ ਨੂੰ ਜਾਂਦਾ ਹੈ। ਇਹ 5-7 ਹੱਥਾਂ 'ਚੋਂ ਘੁੰਮ ਕੇ ਸਾਈਕਲ ਜਾ ਕੇ ਐਂਡ ਦੁਕਾਨਦਾਰ ਕੋਲ ਪਹੁੰਚਦਾ ਹੈ। ਜੇ ਦੁਕਾਨਦਾਰ ਨੇ ਸਾਈਕਲ ਨਹੀਂ ਲਗਾਇਆ ਜਾਂ ਸਾਈਕਲ ਚੱਲਦੇ ਉੱਪਰੋਂ ਰਿਫਲੈਕਟਰ ਗਿਰ ਗਿਆ, ਸਾਡੀ ਓਬਜੈਕਸ਼ਨ ਸੀ ਕਿ ਸਰਕਾਰ ਸਾਨੂੰ ਫਾਹੇ ਕਿਉਂ ਲਾਵੇ। शायद तुहानूं याद होगा तुहाडे चैनल ते मैं इंटरव्यू दी सी जदों 30-35 चैनल इकट्ठे सीगे। सरकार नाल साडी लड़ाई चलदी है, वो चलदी रहेगी। ਉਹਦੇ वास्ते असीं मैन्युफैक्चर जिम्मेदार नहीं हैगे। हुण सरकार दा पार्ट है कि रिफ्लैक्टर परचेज करा के फ्री ऑफ कॉस्ट कैंप लावे, जिवें ट्रक्कां ट्रालियां दे पिछे धुंद दे विच पुलिस वाले लगांदे ने। जिहड़ी इंडस्ट्री नूं 50-60 हज़ार रुपये एक वारी पैंदी सीगी, ਅੱਜ ਮਾਈਕਰੋ ਇੰਡਸਟਰੀ ਜਿਹੜੀ ਮੇਰੀ 95% ਮਾਈਕਰੋ ਇੰਡਸਟਰੀ ਹੈ, ਕਿਸੇ ਵੀ ਲਾਈਨ 'ਚ ਲਾਓ ਸਾਈਕਲ ਪਾਰਟ ਉਹਦੇ ਵਿੱਚੋਂ ਹੀ ਹੈ। ਉਹਨਾਂ ਦੀ 60,000 55,000 ਦੀ ਫੀਸ ਨੂੰ ਇੱਕ ਰਿਕੁਐਸਟ ਕਰਕੇ 10,000 ਰੁਪਏ ਰਹਿ ਗਿਆ ਸਿਰਫ। ਲੁਧਿਆਣਾ ਦੇ ਵਿੱਚ ਸਾਈਕਲ ਇੰਡਸਟਰੀ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਔਰ ਜੋ ਕੌਮਾਂਤਰੀ ਰਿਫਲੈਕਟਰ ਸਰਟੀਫਿਕੇਟ ਲੈਣ ਦੇ ਲਈ COC ਜਾਰੀ ਕੀਤਾ ਹੈ ਤਾਂ ਉਸ ਨੂੰ ਲੈ ਕੇ ਅੱਜ ਯੂਨਾਈਟਿਡ ਸਾਈਕਲ ਪਾਰਟ ਦੇ ਦਫ਼ਤਰ ਦੇ ਵਿੱਚ ਜਿਹੜੀ ਹੈ ਰਜਿਸਟ੍ਰੇਸ਼ਨ ਪ੍ਰਕਿਰਿਆ ਚੱਲ ਰਹੀ ਹੈ। ਪਰ ਬੀਤੇ ਦਿਨਾਂ ਕੁਝ ਸਨਅਤਕਾਰਾਂ ਦੇ ਵੱਲੋਂ ਇਹ ਬਿਆਨਬਾਜ਼ੀ ਆਈ ਸੀ ਕਿ ਉਹ ਇਸ ਜਿਹੜੀ ਕੇਂਦਰ ਸਰਕਾਰ ਦੀ ਪਾਲਿਸੀ ਦੇ ਨਾਲ ਸਹਿਮਤ ਨਹੀਂ ਹੈਗੇ, ਨਾਖੁਸ਼ ਨੇ। ਤਾਂ ਇਸੇ ਦੇ ਵਿਚਾਲੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਸਾਈਕਲ ਇੰਡਸਟਰੀ ਦੇ ਪ੍ਰਧਾਨ ਨੇ। ਚਾਵਲਾ ਜੀ, ਕਿਵੇਂ ਦੇਖਦੇ ਹੋ ਕੇਂਦਰ ਸਰਕਾਰ ਦਾ ਫੈਸਲਾ ਹੈ ਪਰ ਕੁਝ ਸਨਅਤਕਾਰ ਹਾਲੇ ਵੀ ਨਿਰਾਸ਼ ਨੇ। ਉਹ ਕਹਿੰਦੇ ਕਿ ਅਸੀਂ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਤੇ ਸਾਨੂੰ ਸਹਿਯੋਗ ਚਾਹੀਦਾ ਪ੍ਰਧਾਨ ਦਾ। ਸਭ ਤੋਂ ਪਹਿਲਾਂ ਮੈਂ ਗਲੋਬਲ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਵਾਂ। ਸਤਿਕਾਰਯੋਗ ਜਿੰਨੇ ਦਰਸ਼ਕ ਮੇਰੀ ਇਹ ਗੱਲ ਦੇਖ ਰਹੇ ਨੇ ਜਾਂ ਮੇਰੀ ਆਵਾਜ਼ ਜਿੰਨੇ ਸਾਈਕਲ ਇੰਡਸਟਰੀ ਦੇ ਕਾਰਖਾਨੇਦਾਰਾਂ ਤੱਕ ਜਾ ਰਹੀ ਹੈ, ਮੈਂ ਦੱਸਣਾ ਚਾਹਾਂਗਾ ਕਿ ਇਹ ਹੈ ਕੀ ਹੈ ਰਿਫਲੈਕਟਰ। ਇਹ ਅੱਜ ਤੋਂ 6 ਸਾਲ ਪਹਿਲੇ ਜਦੋਂ ਸਾਈਕਲ ਸਵਾਰਾਂ ਦੀ ਡੈਥ ਹੋਣੀ ਸ਼ੁਰੂ ਹੋਈ ਬਹੁਤ ਜ਼ਿਆਦਾ, ਸੁਪਰੀਮ ਕੋਰਟ ਨੇ ਸਟੈਂਡਿੰਗ ਕਮੇਟੀ ਨੇ ਇੱਕ ਲਾਅ ਬਣਾਇਆ ਕਿ ਤੁਸੀਂ ਸਾਈਕਲ ਸਵਾਰੀਆਂ ਜਿਹੜੇ ਚਲਾਉਂਦੇ ਨੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰ ਰਹੇ ਹੈ ਉਹਦੇ ਵਾਸਤੇ ਇੱਕ ਸੇਫਟੀ ਮੇਜਰ ਦੇ ਤੌਰ ਤੇ ਇਹ ਕੀਤਾ ਗਿਆ ਕਿ ਸਾਈਕਲ ਤੇ ਰਿਫਲੈਕਟਰ ਲੱਗਣੇ ਜ਼ਰੂਰੀ ਨੇ। ਤਕਰੀਬਨ 4.5 ਸਾਲ ਤੱਕ ਇਹ ਰਿਫਲੈਕਟਰ ਕਿਹੜੀ ਕੁਆਲਿਟੀ ਦਾ ਹੋਵੇ, ਕਿੰਨੇ ਲੱਗਣ, ਇਹ ਸਰਕਾਰੀ ਤੌਰ ਦੇ ਉੱਪਰ ਇਹਨੂੰ ਦੇਖਿਆ ਗਿਆ। ਉਸ ਤੋਂ ਬਾਅਦ ਦੇ ਵਿੱਚ ਵੱਡੇ ਸਨਅਤਕਾਰਾਂ ਨੇ, ਜਿਹਨੂੰ ਅਸੀਂ ਕਾਰਪੋਰੇਟ ਘਰਾਣੇ ਕਹਿੰਦੇ ਆ, ਉਹਨਾਂ ਨੇ ਸਰਕਾਰ ਕੋਲ ਅਪੀਲ ਕੀਤੀ ਕਿ ਸਾਡੇ ਕੋਲ ਇੰਡੀਆ ਦੇ ਵਿੱਚ ਹਾਲੇ ਰਿਫਲੈਕਟਰ ਨਹੀਂ ਬਣ ਪਾ ਰਿਹਾ। ਤਾਂ ਬੜੀ ਮਿਹਰਬਾਨੀ ਕਰਦੇ ਹੋਏ ਮਿਨਿਸਟਰੀ ਆਫ MSME ਭਾਰਤ ਸਰਕਾਰ ਨੇ ਇਹਦੀ ਐਕਸਟੈਂਸ਼ਨ ਦਿੱਤੀ 1 ਸਾਲ, ਜਿਹੜੀ ਮਿਆਦ 1 ਜਨਵਰੀ 2023 ਨੂੰ ਖਤਮ ਹੋਈ। ਉਦੋਂ ਤੱਕ ਸਾਡੇ 3-4 ਸਨਅਤਕਾਰਾਂ ਨੇ ਰਿਫਲੈਕਟਰ ਬਣਾ ਲਿਆ। ਉਹ ਰਿਫਲੈਕਟਰ ਜਿਹੜਾ ਚਾਈਨਾ ਤੋਂ ਆਉਂਦਾ ਸੀ 110, 15, 20 ਰੁਪਏ ਦਾ, ਭਾਰਤ ਦੇ ਮੇਰੇ ਉਹਨਾਂ ਉਦਯੋਗਪਤੀਆਂ ਨੇ ਇਹਨੂੰ 50 ਰੁਪਏ ਦੀ ਰੇਂਜ 'ਚ ਲੈ ਕੇ ਆਉਣ ਦਾ ਵਧਾਈ ਦੇ ਪਾਤਰ ਨੇ। ਹੁਣ ਗੱਲ ਆਈ ਕਿ ਇਹਦੀ ਐਕਸਟੈਂਸ਼ਨ ਕਿਉਂ। ਮੈਂ ਤੁਹਾਨੂੰ ਸਭ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ ਤੱਕ ਐਂਪਲ ਕੁਆਂਟੀਟੀ ਦੇ ਵਿੱਚ ਰਿਫਲੈਕਟਰ ਦੀ ਅਵੇਲੇਬਿਲਿਟੀ ਨਹੀਂ ਸੀ ਹੋਈ, ਸਰਕਾਰ ਨੂੰ ਅਸੀਂ ਅਪੀਲ ਕੀਤੀ ਕਿ ਸਨਅਤਕਾਰਾਂ ਨੂੰ ਇਹ ਟਾਈਮ ਦਿਓ ਤਾਂ ਕਿ ਰਿਫਲੈਕਟਰ ਠੀਕ ਰੇਟ 'ਤੇ ਚੰਗੀ ਕੁਆਂਟੀਟੀ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇ। ਇੰਨੀ ਦੇਰ ਦੇ ਵਿੱਚ ਸਰਕਾਰ ਨੇ ਸਾਡੀ ਗੱਲ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਮੈਂ 9 ਜਨਵਰੀ ਨੂੰ ਖੁਦ ਭੁੱਖ ਹੜਤਾਲ ਤੇ ਬੈਠਿਆ ਸੀਗਾ क्योंकि 1 जनवरी तो रिफ्लैक्टर लगने लाजमी हो गए। कुछ दोस्तों ने
ਰਿਫਲੈਕਟਰ ਦੀ ਬਹੁਤਾਤ ਨੂੰ ਨਾ ਦਿੰਦੇ ਹੋਏ ਸਰਕਾਰ ਨੂੰ ਗੁੰਮਰਾਹ ਕੀਤਾ ਕਿ ਇੰਡੀਆ ਦੇ ਵਿੱਚ ਰਿਫਲੈਕਟਰ ਬਹੁਤ ਬਣ ਰਿਹਾ ਵਾ। ਜਦੋਂ ਕਿ 9 ਜਨਵਰੀ ਨੂੰ ਮੰਤਰੀ ਜੀ ਨੇ ਮੈਨੂੰ ਇਮੀਡੀਏਟਲੀ ਬੁਲਾਇਆ, ਚੰਡੀਗੜ੍ਹ ਮੀਟਿੰਗ ਹੋਈ ਸੋਮ ਪ੍ਰਕਾਸ਼ ਜੀ ਨਾਲ। 10 ਤਰੀਕ ਨੂੰ ਸ਼੍ਰੀ ਪੀਯੂਸ਼ ਗੋਇਲ ਜੀ ਤੇ ਸੋਮ ਪ੍ਰਕਾਸ਼ ਜੀ ਨਾਲ ਦਿੱਲੀ ਮੀਟਿੰਗ ਹੋਈ। ਉਹਦੇ ਇਸੇ ਕੜੀ 17 ਜਨਵਰੀ ਨੂੰ, ਫਿਰ 20 ਜਨਵਰੀ ਨੂੰ, ਅਖੀਰ 24 ਜਨਵਰੀ ਨੂੰ ਇਹ ਫੈਸਲਾ ਹੋਇਆ। ਉਸ ਮੀਟਿੰਗ ਦੇ ਵਿੱਚ ਜਿੱਥੇ ਅਸੀਂ ਸਨਅਤਕਾਰ ਬੈਠੇ ਸੀਗੇ, ਐਸੋਸੀਏਸ਼ਨ ਦੇ ਨੁਮਾਇੰਦੇ, ਉਸ ਜਗ੍ਹਾ ਦੇ ਉੱਪਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਪੂਰੀ ਟੀਮ ਸਾਡੇ ਨਾਲ ਬੈਠੀ ਸੀਗੀ। ਸ਼੍ਰੀ ਪੀਯੂਸ਼ ਗੋਇਲ ਜੀ, ਸੋਮ ਪ੍ਰਕਾਸ਼ ਜੀ, ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਇੰਡੀਆ ਦੇ ਹੈੱਡ, DPIIT ਦੇ ਜੁਆਇੰਟ ਸੈਕਟਰੀ ਅਤੇ ਵੱਖ-ਵੱਖ ਮਹਿਕਮੇ ਤੇ ਸਰਕਾਰਾਂ ਦੇ ਨੁਮਾਇੰਦੇ ਬੈਠੇ ਸੀਗੇ। ਇਹ ਫੈਸਲਾ ਕੀਤਾ ਗਿਆ ਕਿ ਛੋਟੀ ਸਨਅਤ ਦੀ ਮੁਸ਼ਕਲ ਨੂੰ ਦੇਖਦੇ ਹੋਏ 6 ਮਹੀਨੇ ਵਾਸਤੇ ਇਹਦੇ ਲਾਗੂ ਕਰਨ ਨੂੰ ਅੱਗੇ ਕੀਤਾ, ਜਿਹਦੀ ਮਿਆਦ 1 ਜੁਲਾਈ ਨੂੰ ਖਤਮ ਹੋ ਰਹੀ ਹੈ। ਉਹਦਾ ਨੋਟੀਫਿਕੇਸ਼ਨ 24 ਫਰਵਰੀ ਨੂੰ ਕਰ ਦਿੱਤਾ ਗਿਆ ਅਤੇ ਸਾਡੀ ਬਹੁਤ ਵੱਡੀ ਡਿਮਾਂਡ ਸੀਗੀ ਕਿ ਰਿਫਲੈਕਟਰ ਲਗਾਉਣ 'ਚ ਦਿੱਕਤ ਕੀ ਆ। ਮੈਂ ਅਰਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਦਿੱਕਤ ਇਹ ਸੀਗੀ ਕਿ ਕਾਨੂੰਨ ਦੀਆਂ ਸ਼ਰਤਾਂ ਬਹੁਤ ਸਖਤ। ਜੇ ਰਿਫਲੈਕਟਰ ਤੋਂ ਬਿਨਾਂ ਸਾਈਕਲ ਪਕੜਿਆ ਗਿਆ ਤੇ 2 ਸਾਲ ਦੀ ਕੈਦ, 2 ਲੱਖ ਰੁਪਏ ਜੁਰਮਾਨਾ। ਅਸੀਂ ਇਹ ਸਾਰੀਆਂ ਮੁਸ਼ਕਲਾਂ ਜਦੋਂ ਮੰਤਰੀ ਜੀ ਨੂੰ ਸਮਝਾਈਆਂ, ਉਹਨਾਂ ਨੇ ਬੜੇ ਪਿਆਰ ਨਾਲ, ਗੰਭੀਰਤਾ ਨਾਲ ਇਹਨੂੰ ਵਿਚਾਰਿਆ ਅਤੇ ਇਹ ਫੈਸਲਾ ਕੀਤਾ ਗਿਆ ਕਿ ਸਾਡੀ ਡਿਊਟੀ ਕੀ ਹੈ। ਡਿਊਟੀ ਸਿਰਫ ਸਾਡੀ ਇਹ ਹੈ ਕਿ ਨੰਬਰ ਲਓ, ਉਸ ਤੋਂ ਬਾਅਦ ਦੇ ਵਿੱਚ ਤੁਸੀਂ ਸਰਟੀਫਿਕੇਟ ਜਦੋਂ ਮਿਲ ਜਾਏਗਾ ਤੁਹਾਨੂੰ, ਇੱਕ ਬਿੱਲ ਜਿਹੜੀ ਸਾਡੀ ਬਿੱਲ ਬੁੱਕ ਹੁੰਦੀ ਹੈ ਉਹਦੇ ਉੱਪਰ ਸਿਰਫ ਨੰਬਰ ਲਿਖਣਾ ਹੈ। ਜਿਵੇਂ ਅਸੀਂ GST ਰਜਿਸਟ੍ਰੇਸ਼ਨ ਕਰਾਉਂਦੇ ਹਾਂ, ਪੈਨ ਨੰਬਰ ਲਿਖਦੇ ਹਾਂ, ਇਸ ਤਰ੍ਹਾਂ COC ਨੰਬਰ ਲਿਖਣਾ। COC ਮੀਨਸ ਸਰਟੀਫਿਕੇਟ ਆਫ ਕਨਫਰਮਿਟੀ। ਇਹ ਨੰਬਰ ਲਿਖਣ ਦੀ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਮੰਤਰੀ ਜੀ ਸਮਝ ਗਏ, ਅਸੀਂ ਮੰਨ ਗਏ। ਦੂਸਰਾ ਇਤਰਾਜ਼ ਇਹ ਕੀਤਾ ਕਿ ਜਦੋਂ ਇੱਕ ਕਾਰਖਾਨੇਦਾਰ ਸਾਈਕਲ ਨੂੰ ਕੰਪਲੀਟ ਕਰਕੇ ਨਹੀਂ ਵੇਚਦਾ, ਕੰਪਲੀਟ ਕਰਨ ਦੀ ਬਜਾਏ ਅਸੀਂ SKD ਫਾਰਮ, ਜਿਹਨੂੰ ਸੈਮੀ ਨੌਕਡਾਊਨ ਕਹਿੰਦੇ ਆ, ਡੱਬੇ 'ਚ ਪਾ ਕੇ ਪੁਰਜੇ ਸਾਰੇ ਭੇਜਦੇ ਆ। ਐਂਡ ਦੁਕਾਨਦਾਰ ਜਿਹਨੂੰ ਪਹੁੰਚਣ ਤੋਂ ਪਹਿਲਾਂ ਅਸੀਂ ਹੋਲਸੇਲਰ ਨੂੰ ਦਿੰਦੇ ਆ, ਉਹ ਸਬ ਹੋਲਸੇਲਰ ਨੂੰ ਦਿੰਦਾ ਹੈ, ਤਹਿਸੀਲ 'ਚ ਜਾਂਦਾ ਹੈ, ਡੀਲਰ ਨੂੰ ਜਾਂਦਾ, ਅੱਗੇ ਸਬ ਡੀਲਰ ਨੂੰ ਜਾਂਦਾ ਹੈ। ਇਹ 5-7 ਹੱਥਾਂ 'ਚੋਂ ਘੁੰਮ ਕੇ ਸਾਈਕਲ ਜਾ ਕੇ ਐਂਡ ਦੁਕਾਨਦਾਰ ਕੋਲ ਪਹੁੰਚਦਾ ਵਾ। ਜੇ ਦੁਕਾਨਦਾਰ ਨੇ ਸਾਈਕਲ ਨਹੀਂ ਲਗਾਇਆ ਜਾਂ ਸਾਈਕਲ ਚੱਲਦੇ ਉੱਪਰੋਂ ਰਿਫਲੈਕਟਰ ਗਿਰ ਗਿਆ, ਸਾਡੀ ਓਬਜੈਕਸ਼ਨ ਸੀ ਕਿ ਸਰਕਾਰ ਸਾਨੂੰ ਫਾਹੇ ਕਿਉਂ ਲਾਵੇ। ਸਰਕਾਰ ਨੇ ਪਿਆਰ ਨਾਲ ਗੱਲ ਸੁਣੀ, ਹੱਲ ਕਰ ਦਿੱਤਾ। ਇੱਥੇ ਵੀ ਸਵਾਲ ਹੈ ਕਿ ਇੱਥੇ ਵੀ ਇੱਕ ਸਵਾਲ ਹੈ, ਉਹਨੂੰ ਕੰਟੀਨਿਊ ਕਰ ਦਿਓ ਕਿ ਜਿਹੜੇ ਪੁਰਾਣੇ ਸਾਈਕਲ ਨੇ। ਸਰ ਬਹੁਤ ਤੁਹਾਡਾ ਚੈਨਲ ਬੜਾ ਅੱਛਾ ਹੈਗਾ, ਮੈਂ ਜਦੋਂ ਕੰਪਲੀਟ ਕਰਾਂਗਾ ਫਿਰ ਦੱਸਣਾ। ਇੰਟਰਪਟ ਕਰਕੇ ਕਿਸੇ ਦੀ ਵੌਇਸ ਮੇਰੇ ਮੂੰਹ 'ਚ ਨਾ ਪਾਓ। ਪਰ ਸਵਾਲ ਤੋਂ ਹੀ ਸਵਾਲ ਹੈ, ਤੁਹਾਡੇ ਸਵਾਲ ਤੋਂ ਹੀ ਸਵਾਲ ਹੈ। ਮੈਂ ਖੁਦ ਬਿਆਨ ਦਿੱਤਾ, ਤੁਹਾਡੇ ਅਖਬਾਰਾਂ 'ਚ ਵੀ ਆਇਆ, ਤੁਹਾਡੇ ਚੈਨਲ ਤੇ ਆਇਆ। ਜਦੋਂ ਦੁਕਾਨਦਾਰ ਨੇ ਸਾਈਕਲ ਦੇ ਉੱਪਰ ਰਿਫਲੈਕਟਰ ਨਹੀਂ ਲਗਾਇਆ ਤੇ ਸਾਡਾ ਕਸੂਰ ਕੀ ਹੈ, ਇਹਦਾ ਹੱਲ ਲੱਭਿਆ ਗਿਆ। 1 ਬਾਈ 1 ਸਾਰੇ ਹੱਲ ਦੱਸ ਰਹੇ ਹਾਂ। ਹੱਲ ਇਹ ਲੱਭਿਆ ਗਿਆ ਕਿ ਤੁਸੀਂ ਬਿੱਲ ਬੁੱਕ ਦੇ ਉੱਪਰ ਲਿਖ ਕੇ ਦੇਤਾ ਕਿ ਮੇਰਾ COC ਨੰਬਰ ਕੀ ਹੈਗਾ। ਜਿਹੜੇ ਕਾਰਟੂਨ 'ਚ ਸਾਈਕਲ ਪੈਕ ਹੋ ਕੇ ਜਾ ਰਿਹਾ, ਉਹਦੇ ਉੱਪਰ ਇੱਕ ਅਸੀਂ ਸਟਿੱਕਰ ਜਾਂ ਪ੍ਰਿੰਟ ਕਰਾ ਦਿਆਂਗੇ ਕਿ ਇਹ ਕਾਰਟੂਨ ਦੇ ਵਿੱਚ ਬਿਊਰੋ ਆਫ ਇੰਡੀਅਨ ਸਟੈਂਡਰਡ BIS ਦੇ ਇਸ ਸਿਸਟਮ ਦੇ ਅਕੋਰਡਿੰਗ ਇੰਨੇ ਰਿਫਲੈਕਟਰ ਪਾਏ ਨੇ। ਫਿੱਟ ਕਰਨ ਵਾਲੇ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਈਕਲ ਦੇ ਉੱਪਰ ਰਿਫਲੈਕਟਰ ਲਗਾਵੇ। ਜੇ ਅਸੀਂ ਫਾਰਮੈਲਿਟੀ ਪੂਰੀ ਕਰਦੇ ਹਾਂ ਤੇ ਛੋਟੇ ਕਾਰਖਾਨੇਦਾਰ, ਮੀਡੀਅਮ ਕਾਰਖਾਨੇਦਾਰ, ਸੂਖਮ ਕਾਰਖਾਨੇਦਾਰ ਜਿਹਨੂੰ ਮਾਈਕਰੋ ਕਹਿੰਦੇ ਆ, ਜਾਂ ਵੱਡੇ ਘਰਾਣੇ, ਇਹਨਾਂ ਉੱਪਰ ਕੋਈ ਲਾਇਬਿਲਟੀ ਨਹੀਂ। ਨੰਬਰ 1। ਦੂਸਰੀ ਅਸੀਂ ਇਹ ਗੱਲ ਕਰਨ ਜਾ ਰਹੇ ਹਾਂ ਕਿ ਰਿਫਲੈਕਟਰ ਦੀ ਅਵੇਲੇਬਿਲਟੀ। ਰਿਫਲੈਕਟਰ ਮਿਲਣਾ ਸ਼ੁਰੂ ਹੋ ਗਿਆ, ਕੁਝ ਨਵੇਂ ਬੰਦੇ ਵੀ ਆ ਗਏ ਨੇ, ਉਹ ਤਾਂ ਮੇਰਾ ਅੱਜ ਦਾ ਪਾਰਟ ਨਹੀਂ। ਹੁਣ ਤੁਹਾਡੀ ਗੱਲ ਦਾ ਜਵਾਬ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਸਾਈਕਲ ਆਲਰੇਡੀ ਚੱਲ ਰਹੇ ਨੇ, ਸ਼ਾਇਦ ਤੁਹਾਨੂੰ ਯਾਦ ਹੋਏਗਾ ਤੁਹਾਡੇ ਚੈਨਲ 'ਤੇ ਮੈਂ ਇੰਟਰਵਿਊ ਦਿੱਤੀ ਸੀਗੀ ਜਦੋਂ 30-35 ਚੈਨਲ ਇਕੱਠੇ ਸੀਗੇ। ਸਰਕਾਰ ਨਾਲ ਸਾਡੀ ਲੜਾਈ ਚੱਲਦੀ ਹੈ, ਉਹ ਚੱਲਦੀ ਰਹੇਗੀ, ਬਟ ਜਿੱਥੇ ਮੇਰੇ ਇੱਕ ਵੀ ਸਾਈਕਲ ਸਵਾਰ ਦੀ ਜਾਨ ਜਾਏਗੀ, ਉਹ ਹੋ ਸਕਦਾ ਤੁਹਾਡਾ ਭਰਾ ਹੋਵੇ, ਹੋ ਸਕਦਾ ਮੇਰਾ ਭਰਾ ਹੋਵੇ, ਹੋ ਸਕਦਾ ਮੇਰੀ ਭੈਣ ਹੋਵੇ ਕੋਈ। ਉਹਦੇ ਵਾਸਤੇ ਅਸੀਂ ਸੁਪਰੀਮ ਕੋਰਟ ਜਾਂ ਜਿਹੜੇ ਪੈਰਾਮੀਟਰ ਨੇ ਉਹਦੇ 'ਤੇ ਕਰਦੇ ਹਾਂ। ਜਿਹੜੇ ਮੈਂ ਅਸੀਂ ਇਹ ਪ੍ਰੋਟੈਸਟ ਕੀਤਾ ਸੀਗਾ ਕਿ ਜਿਹੜੇ ਪੁਰਾਣੇ ਸਾਈਕਲ ਚੱਲ ਰਹੇ ਨੇ ਉਹਨਾਂ ਦੇ ਰਿਫਲੈਕਟਰ ਕੌਣ ਲਗਾਏਗਾ, ਤੁਸੀਂ ਇਹੀ ਪੁੱਛਣਾ ਚਾਹੁੰਦੇ ਸੀਗੇ। ਇਹ ਅਸੀਂ ਆਲਰੇਡੀ ਗਵਰਨਮੈਂਟ ਦੇ ਦਿਮਾਗ 'ਚ ਲੈ ਆਉਂਦਾ, ਉਹਦੇ ਵਾਸਤੇ ਅਸੀਂ ਮੈਨੂਫੈਕਚਰ ਜ਼ਿੰਮੇਦਾਰ ਨਹੀਂ ਹੈਗੇ। ਹੁਣ ਸਰਕਾਰ ਦਾ ਪਾਰਟ ਹੈ ਕਿ ਰਿਫਲੈਕਟਰ ਪਰਚੇਸ ਕਰਾ ਕੇ ਫ੍ਰੀ ਆਫ ਕਾਸਟ ਕੈਂਪ ਲਾਵੇ, ਜਿਵੇਂ ਟਰੱਕਾਂ ਟਰਾਲੀਆਂ ਦੇ ਪਿੱਛੇ ਧੁੰਦ ਦੇ ਵਿੱਚ ਪੁਲਿਸ ਵਾਲੇ ਲਗਾਉਂਦੇ ਨੇ। ਸੋ ਉਸ ਪਾਰਟ ਦਾ ਇਸ ਕੈਂਪ ਨਾਲ ਕੋਈ ਤਾਲੁਕ ਨਹੀਂ। ਪ੍ਰੋਟੈਸਟ ਕੀਤਾ ਅਸੀਂ, ਪ੍ਰੋਟੈਸਟ ਨੂੰ ਜ਼ਰੂਰ ਕਰਾਂਗੇ, ਬਟ ਹਰ ਚੀਜ਼ ਦਾ ਹੱਲ ਧੱਕਾ, ਧਰਨੇਸ਼ਾਹੀ, ਨਾਅਰੇਬਾਜ਼ੀ ਨਹੀਂ ਹੁੰਦੀ, ਪਹਿਲੀ ਗੱਲ। ਦੂਸਰੀ ਗੱਲ ਆ ਗਈ ਹੈ ਕਿ ਇਸ ਕੈਂਪ ਦੀ, ਇਹ ਕੈਂਪ ਅਸੀਂ ਅਵੇਅਰਨੈਸ ਕੈਂਪ ਤੋਂ ਬਾਅਦ 'ਚ ਮੈਂਬਰਾਂ ਨੂੰ WhatsApp 'ਤੇ ਮੈਸੇਜ ਦਿੱਤਾ,
ਆਪ ਜੀ ਨੂੰ ਵੀ ਇੱਕ ਮੈਂ ਪ੍ਰੈਸ ਨੋਟ ਕੱਲ੍ਹ ਵੀ ਜਾਰੀ ਕੀਤਾ ਸੀ ਕਿ ਪ੍ਰੋਸੈਸ ਕੀ ਹੈ। ਹੁਣ ਆਈ ਰਿਲੈਕਸੇਸ਼ਨ ਦੀ ਗੱਲ, ਵਿਰੋਧ ਦੀ ਤੁਸੀਂ ਗੱਲ ਕਰਦੇ ਹੋ, ਵਿਰੋਧ ਕੋਈ ਨਹੀਂ ਕਰ ਰਿਹਾ। ਉਹੀ ਤੁਹਾਡੇ ਹੀ ਮੈਂਬਰ ਨੇ, ਸਾਬਕਾ ਪ੍ਰਧਾਨ ਵੀ ਨੇ, ਉਹ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੇ ਜੋ ਰਾਹਤ ਦੇਣੀ ਚਾਹੀਦੀ ਹੈ ਉਹ ਦਿੱਤੀ ਨਹੀਂ ਹੈਗੀ। ਤੁਹਾਡਾ ਬਿਆਨ ਸਹਿਮਤੀ ਦੇ ਨਾਲ ਲੱਗਿਆ, ਉਹਨਾਂ ਨੇ ਵਿਰੋਧ ਜਤਾਇਆ। ਮੈਂ ਇਹੀ ਗੱਲ ਕੰਪਲੀਟ ਕਰ ਰਿਹਾ ਕਿ ਮੈਂ ਕਿਸੇ ਬਾਰੇ ਕੋਈ ਰਿਐਕਟ ਨਹੀਂ ਕਰਾਂਗਾ, ਪੋਲੀਟੀਕਲ ਬੰਦਾ ਨਹੀਂ ਹੈਗਾ। ਜਦੋਂ ਮੈਂ ਭੁੱਖ ਹੜਤਾਲ 'ਤੇ ਬੈਠਾ ਸੀ, ਇਹੀ ਬੰਦੇ ਜਿਹੜੇ ਅੱਜ ਤੁਹਾਨੂੰ ਇਹ ਕਹਿ ਰਹੇ ਨੇ ਕਿ ਸਰਕਾਰ ਇਹ ਨਹੀਂ ਕਰ ਰਹੀ, ਇੱਕ ਦੇਖਣ ਦਾ ਨਜ਼ਰੀਆ ਹੈ। ਤੁਹਾਡੇ ਸਾਹਮਣੇ ਮੈਂ ਗਿਲਾਸ 'ਚ ਅੱਧਾ ਪਾਣੀ ਭਰ ਕੇ ਰੱਖਦਾ ਵਾਂ, ਉਹਨੂੰ ਆਪਾਂ ਜੇ ਕ੍ਰਿਟੀਸਾਈਜ਼ ਕਰਨਾ ਤੇ ਕਹਾਂਗਾ ਜੀ ਗਿਲਾਸ ਪਾਣੀ ਹੈ ਨੀਗਾ। ਜੇ ਪੋਜ਼ਿਟਿਵ ਲੋਕ ਜਿਹੜਾ ਪਾਣੀ ਭਰਿਆ ਉਹਦੇ ਨਾਲ ਸਬਰ ਕਰੀਏ। ਉਹੀ ਫੀਸ ਜਿਹੜੀ ਇੰਡਸਟਰੀ ਨੂੰ 50-60 ਹਜ਼ਾਰ ਰੁਪਏ ਇੱਕ ਵਾਰੀ ਪੈਂਦੀ ਸੀਗੀ, ਅੱਜ ਮਾਈਕਰੋ ਇੰਡਸਟਰੀ ਜਿਹੜੀ ਮੇਰੀ 95% ਮਾਈਕਰੋ ਇੰਡਸਟਰੀ ਹੈ, ਕਿਸੇ ਵੀ ਲਾਈਨ 'ਚ ਲਾਓ, ਸਾਈਕਲ ਪਾਰਟ ਉਹਦੇ ਵਿੱਚੋਂ ਹੀ ਆ, ਉਹਨਾਂ ਦੀ 60 ਹਜ਼ਾਰ 55 ਹਜ਼ਾਰ ਦੀ ਫੀਸ ਨੂੰ ਇੱਕ ਰਿਕੁਐਸਟ ਕਰਕੇ 10 ਹਜ਼ਾਰ ਰੁਪਏ ਰਹਿ ਗਿਆ ਸਿਰਫ। ਕੀ ਇਹ ਰਾਹਤ ਨਹੀਂ? ਇਹਦਾ ਮਤਲਬ ਹੋ ਗਿਆ ਵੀ ਜੇ ਤੁਹਾਨੂੰ ਇੱਕ ਦੁਕਾਨਦਾਰ 100 ਰੁਪਏ ਦੀ ਆਈਟਮ ਦੇ ਰਿਹਾ, ਆਪਾਂ ਬਾਰਗੇਨ ਕਰਕੇ ਉਹਨੂੰ ਕਹਿੰਦੇ 80 ਦੇ ਦੇ, 50 ਦੀ ਦੇ ਦੇ। ਜੇ ਦੁਕਾਨਦਾਰ ਤੰਗ ਹੋ ਕੇ ਕਹਿੰਦਾ ਜੀ ਫ੍ਰੀ ਲੈ ਜਾਓ, ਕਹਿਣਗੇ 2 ਲੈ ਕੇ ਜਾਵਾਂਗੇ, ਤੂੰ ਕਮਾਇਆ। ਉਹ ਭਾਈ ਸ਼ੁਕਰ ਕਰੋ ਕਿ ਜਿਹੜੀ 60 ਹਜ਼ਾਰ ਦੀ ਫੀਸ ਜਾਂ ਜਿਹੜੇ ਕੁਝ ਬੰਦੇ ਕੋਸ਼ਿਸ਼ ਕਰ ਰਹੇ ਨੇ ਉਹੀ ਮੈਸੇਜ ਦਿੰਦੇ ਸੀ ਕਿ ਜੇਬ 'ਚ ਕੁਝ ਪਾ ਦਿਆ ਕਰੋ। ਅੱਜ ਉਹ 10 ਹਜ਼ਾਰ ਰੁਪਏ ਫੀਸ ਰਹਿ ਗਈ ਆ ਕਿ ਰਾਹਤ ਕਿਹਨੂੰ ਮੰਨੇ ਆ? ਜ਼ੀਰੋ ਹੋ ਜਾਏ। ਤੁਸੀਂ ਇਨਕਮ ਟੈਕਸ ਕਿਉਂ ਦਿੰਦੇ ਹੋ? ਬੰਦ ਕਰ ਦਿਓ। GST ਕਿਉਂ ਦਿੰਦੇ ਹੋ? ਬੰਦ ਕਰ ਦਿਓ। ਪੈਟਰੋਲ ਤੇ ਵੈਟ ਕਿਉਂ ਦਿੰਦੇ ਹੋ? ਬੰਦ ਕਰ ਦਿਓ। ਰਾਸ਼ਨ ਤੇ GST ਕਿਉਂ ਦਿੰਦੇ ਹੋ? ਬੰਦ ਕਰ ਦਿਓ। ਇਹਦਾ ਮਤਲਬ ਜੋ ਰਾਹਤ ਆਈ ਹੈ, ਹਾਂ ਇਹ ਲੜਾਈ ਕਰੋ ਵੀ 10,000 ਰੁਪਏ ਫੀਸ ਜਿਹੜੀ ਹੈਗੀ ਹੈ, ਇਹ ਮੈਂ ਰਿਕੁਐਸਟ ਕਰਦਾ ਮੰਤਰੀ ਜੀ ਨੂੰ ਕਿ ਮਾਈਕਰੋ ਦੇ ਨਾਲ ਨਾਲ ਸਮਾਲ ਤੇ ਮੀਡੀਅਮ ਨੂੰ ਵੀ ਰਿਲੈਕਸੇਸ਼ਨ ਦਿਓ। ਪਰ ਜੇ ਅਸੀਂ ਇੱਦਾਂ ਕਰਾਂਗੇ ਤਾਂ ਕੰਮ ਹੀ ਨਹੀਂ ਚੱਲਣਗੇ। ਅੱਜ ਉਹੀ ਦੋਸਤ ਜਿਹਦੇ ਤੁਸੀਂ ਗੱਲ ਕਰ ਰਹੇ ਹੋ, ਮੈਂ ਨਾਮ ਨਹੀਂ ਲਵਾਂਗਾ ਕਿਉਂਕਿ ਸਾਰੇ ਅਸੀਂ ਇਕੱਠੇ ਹੀ ਹਾਂ, ਉਹਨਾਂ ਨੇ ਕੈਂਪ ਲਗਾਏ ਸੀ, 60,000 ਰੁਪਏ ਦੀ ਫੀਸ ਦਿਲਾਈ ਆ। ਤੁਹਾਡਾ ਚੈਨਲ ਕਿਉਂ ਨਹੀਂ ਪੁੱਛਦਾ ਉਹਨਾਂ ਨੂੰ ਜਾ ਕੇ ਕਿ ਜਦੋਂ 60,000 ਰੁਪਏ ਦੀ ਫੀਸ ਲਵਾਈ, ਉਹਨਾਂ ਬੰਦਿਆਂ ਨੇ R&D ਸੈਂਟਰ 'ਚ ਕੈਂਪ ਲਗਵਾਏ, ਉਦੋਂ ਠੀਕ ਸੀਗਾ? ਅੱਜ ਮੇਰੇ ਮੈਂਬਰਾਂ ਨੂੰ ਆ ਦੇਖੋ, ਦਿਖਾਓ ਜਰਾ ਪਲੀਜ਼, ਪਿੱਛੇ ਰਸ਼ ਦਿਖਾਓ ਜੀ, ਕੈਮਰਾਮੈਨ ਨੂੰ ਰਿਕੁਐਸਟ ਕਰਦਾ ਜਰਾ ਰਸ਼ ਦਿਖਾਓ ਪਿੱਛੇ। ਇਹ ਦੇਖੋ ਕਿੰਨੇ ਸਿਸਟਮ ਨਾਲ ਹੋ ਰਿਹਾ ਹੈ। ਇਹ ਸਾਰੇ ਮੈਂਬਰ ਮਾਈਕਰੋ ਦੇ ਬੈਠੇ ਨੇ, 10,000 ਰੁਪਏ ਫੀਸ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਰਹੇ ਨੇ। ਇਹ ਠੀਕ ਨੇ ਕਿ 60,000 ਰੁਪਏ ਦੇ ਕੇ ਫੀਸ ਠੀਕ ਕਰਾਣੀ ਹੈ? ਸੋ ਅਸੀਂ ਪੋਲੀਟੀਕਲ ਬੰਦੇ ਨਹੀਂ, ਕੰਮ ਵਾਲੇ ਬੰਦੇ ਹਾਂ, ਕਿਸੇ ਦੀ ਕੋਈ ਰਿਐਕਸ਼ਨ ਨਹੀਂ ਦੇਵਾਂਗੇ। ਹਾਂ, ਸਰਕਾਰ ਨੂੰ ਬੇਨਤੀ ਹੈ, ਇਸ 'ਤੇ ਕਹਾਂਗੇ ਕਿ ਫੀਸ ਵੀ ਮਾफ़ ਕਰ ਦਿਓ, ਬਟ 1 ਜੁਲਾਈ ਤੋਂ ਰਜਿਸਟ੍ਰੇਸ਼ਨ ਨਹੀਂ ਕਰਾਣੀ। ਕੀ ਤੁਸੀਂ ਆਪੋਜੀਸ਼ਨ ਦਾ ਕੰਮ ਕਰ ਰਹੇ ਹੋ? ਪੋਲੀਟੀਕਲ ਬੰਦੇ ਹੋ। ਅੱਜ ਉਹੀ ਸ਼ਖਸ ਜਿਹੜੇ ਤੁਹਾਨੂੰ ਕੋਈ ਬਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਇਹਨਾਂ ਨੂੰ ਪੁੱਛੋ ਕਿ ਉਹ ਕੈਂਪ ਸਾਨੂੰ ਸਾਰੇ ਇੱਕੋ ਜਿਹੇ ਨੇ, ਤੁਸੀਂ ਵੀ ਸਾਨੂੰ ਉਹੋ ਜਿਹੇ ਹੋ, ਸਾਨੂੰ ਉਹ ਵੀ ਉਹੋ ਜਿਹੇ ਨੇ। ਅਸੀਂ ਉਹਨਾਂ ਦਾ ਵੀ ਰਿਐਕਸ਼ਨ ਲਵਾਂਗੇ, ਤੁਹਾਡਾ ਵੀ ਰਿਐਕਸ਼ਨ ਲਵਾਂਗੇ। ਪਰ ਸਾਡਾ ਮੇਨ ਮੁੱਦਾ ਹੈਗਾ ਕਿ ਇੰਡਸਟਰੀ ਜਿਹੜੀ ਆ ਫੇਸ ਕਰ ਰਹੀ ਹੈ, ਅੱਜ ਦਾ ਦੌਰ ਫੇਸ ਕਰ ਰਹੀ ਹੈ, ਚਾਹੇ ਉਹ ਕੇਂਦਰ ਸਰਕਾਰ ਦੇ ਨਾਲ ਲੜਾਈ ਹੋਵੇ, ਚਾਹੇ ਪੰਜਾਬ ਸਰਕਾਰ ਦੇ ਨਾਲ ਲੜਾਈ ਹੋਵੇ, ਤਾਂ ਉਸ ਨੂੰ ਲੈ ਕੇ ਇੰਡਸਟਰੀ ਕਿਸ ਤਰੀਕੇ ਦੇ ਨਾਲ ਦੇਖਦੀ ਹੈ? ਕੀ ਲੱਗਦਾ ਇੰਡਸਟਰੀ ਨੂੰ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਸਰਕਾਰ ਸੁਣ ਰਹੀ ਹੈ? ਕਿਉਂਕਿ ਲਗਾਤਾਰ ਇੰਡਸਟਰੀ ਰੌਲਾ ਪਾਉਂਦੀ ਹੈ ਕਿ ਸਾਡੀਆਂ ਮੰਗਾਂ ਨਹੀਂ ਸੁਣੀਆਂ ਜਾਂਦੀਆਂ। ਤਾਂ ਉਸ ਨੂੰ ਲੈ ਕੇ ਲਗਾਤਾਰ ਤੁਹਾਡਾ ਰੇੜਕਾ ਜਿਹੜਾ ਤੁਹਾਡੇ ਹੀ ਮੈਂਬਰ ਕਿਤੇ ਨਾ ਕਿਤੇ ਬਿਆਨਬਾਜ਼ੀ ਕਰਦੇ ਨੇ ਕਿ ਸਾਡੀ ਕੇਂਦਰ ਸਰਕਾਰ ਨੇ ਨਹੀਂ ਸੁਣੀ, ਸਾਡੀ ਪੰਜਾਬ ਸਰਕਾਰ ਨੇ ਨਹੀਂ ਸੁਣੀ, ਤੇ ਤੁਹਾਡੇ ਵੱਲੋਂ ਵੀ ਬਿਆਨਬਾਜ਼ੀ ਆਉਂਦੀ ਹੈ ਕਿ ਸਾਡੇ ਜਿਹੜੇ ਮੈਂਬਰ ਆ ਉਹ ਸਾਡੇ ਨਾਲ ਨਹੀਂ ਖੜਦੇ। ਮੇਰਾ ਕੋਈ ਬਿਆਨ ਨਹੀਂ ਜੀ, ਅਸੀਂ ਸਾਰੇ ਇਕੱਠੇ ਹਾਂ, ਸਾਰੀ ਇੰਡਸਟਰੀ ਇਕੱਠੀ ਹੈ। ਤੁਸੀਂ ਹੁਣੇ ਕਹਿਣਾ ਹੈ ਕਿ ਉਹ ਬਿਆਨ ਦੇ ਰਹੇ ਨੇ। ਮੈਂ ਤੁਹਾਨੂੰ ਇਹ ਕਹਿ ਰਿਹਾ, ਦੇਖੋ ਰੋਕੋ ਨਾ, ਜਾਂ ਤਾਂ ਆਪਣੀ ਗੱਲ ਤੁਸੀਂ ਮੇਰੇ ਮੂੰਹ 'ਚ ਵਰਡ ਨਾ ਪਾਓ, ਜੋ ਮੈਂ ਕਹਿ ਰਿਹਾ ਜਾਂ ਤਾਂ ਦਰਸ਼ਕਾਂ ਤੱਕ ਪਹੁੰਚਾਓ ਇਹਨਾਂ ਨੂੰ। ਤੁਹਾਡੇ ਵਰਡ ਮੈਂ ਆਪਣੇ ਮੂੰਹ 'ਚ ਨਹੀਂ ਪਾਵਾਂਗਾ। ਮੈਂ ਤੁਸੀਂ ਕੁਐਸਚਨ ਕੀਤਾ, ਤੁਹਾਨੂੰ ਕੁਐਸਚਨ ਕੀਤਾ ਕਿ ਜਦੋਂ R&D ਸੈਂਟਰ ਦੇ ਵਿੱਚ 60,000 ਰੁਪਏ ਦਾ ਕੇ ਰਜਿਸਟ੍ਰੇਸ਼ਨ ਕਰਵਾਈ ਗਈ, ਅੱਜ ਉਹ ਵਿਰੋਧ ਕਿਉਂ ਕਰ ਰਹੇ ਨੇ? ਅੱਜ ਤੇ 10,000 ਰੁਪਏ ਫੀਸ ਹੈਗੀ ਆ। ਬਟ ਮੈਂ ਰਿਕੁਐਸਟ ਕਰਦਾ ਵਾਂ ਕਿ ਅਸੀਂ ਸਾਰੇ ਇਕੱਠੇ ਹਾਂ ਜਦ ਤੱਕ ਇੰਡਸਟਰੀ ਦਾ ਤਲਕ ਹੈ, ਕਿਉਂਕਿ ਕੋਈ ਪੋਲੀਟੀਕਲ ਜਾਂ ਅਖਬਾਰ ਦਾ ਰਿਐਕਸ਼ਨ ਦੇਵਾਂਗੇ ਤਾਂ ਅਸੀਂ ਇਹ ਕੰਮ ਨਹੀਂ ਕਰ ਸਕਾਂਗੇ। ਇੰਨੇ ਵਧੀਆ ਮਾਹੌਲ 'ਚ ਰਜਿਸਟ੍ਰੇਸ਼ਨ ਹੋ ਰਹੀ ਹੈ। ਜੇ ਮੈਂਬਰਾਂ ਨੂੰ ਅਸੀਂ ਮਿਸਗਾਈਡ ਕਰਨਾ ਛੱਡ ਦੇਣਾ ਚਾਹੀਦਾ। ਜੇ 1 ਤਰੀਕ ਤੋਂ ਜੁਰਮਾਨੇ ਪੈਣੇ ਸ਼ੁਰੂ ਹੋ ਗਏ ਕਿ ਕੋਈ ਅਹੁਦੇਦਾਰ, ਕੋਈ ਮੈਂਬਰ, ਕੋਈ ਐਸੋਸੀਏਸ਼ਨ, ਕੋਈ ਸਰਕਾਰ ਕੋਲੋਂ ਜੁਰਮਾਨਾ ਦੇਗੀ, ਅਸੀਂ ਕਿਸੇ ਨੂੰ ਨਹੀਂ ਕਹਿ ਰਹੇ ਰਜਿਸਟ੍ਰੇਸ਼ਨ ਨੂੰ, ਅਸੀਂ ਇੱਕ ਫੈਸਿਲੀਟੇਸ਼ਨ ਕਰ ਰਹੇ ਹਾਂ ਵੀ ਕੈਂਪ ਲੱਗਿਆ ਹੋਇਆ। ਤੁਸੀਂ ਜਿਹੜੇ ਮੈਂਬਰ ਬੈਠੇ ਨੇ ਰਜਿਸਟ੍ਰੇਸ਼ਨ ਕਰਵਾ ਰਹੇ ਨੇ, ਉਹਨਾਂ ਦੇ ਵਿਊਜ਼ ਕਿਉਂ ਨਹੀਂ ਲੈਂਦੇ? ਵਿਊਜ਼ ਮੈਂਬਰਾਂ ਦੇ ਲਓ। ਅੱਜ ਮੈਨੂੰ ਖੁਸ਼ੀ ਹੈ ਕਿ ਜੇ ਕੈਮਰਾਮੈਨ ਦਿਖਾ ਸਕਣ, ਜਿਹੜੇ ਸਾਡੇ ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਇਸ ਜ਼ੋਨ ਦੇ ਹੈੱਡ ਨੇ, ਮੇਰੇ ਕੋਲ ਦੇਖੋ ਬੈਠੇ ਨੇ, ਆ ਦੇਖੋ। ਜੇ ਇੰਨੇ ਸੀਨੀਅਰ ਆਫੀਸਰ ਖੁਦ ਬੈਠੇ ਹੋਣਗੇ ਮੌਕੇ 'ਤੇ ਕੰਮ ਕਰਾਉਣ ਵਾਸਤੇ,
ਬਿਨਾਂ ਰਿਸ਼ਵਤ ਦੇ, ਬਿਨਾਂ ਪ੍ਰੈਸ਼ਰ ਦੇ। ਦੇਖੋ ਸਰਕਾਰ ਦੀ ਫੀਸ 10,000 ਰੁਪਏ ਜੇ ਜਾ ਰਹੀ ਹੈ, 60,000 ਤੋਂ 10,000 ਆ ਗਈ, 40-50,000 ਰੁਪਏ ਇੱਕ ਮੈਂਬਰ ਨੂੰ ਡਿਸਕਾਊਂਟ ਮਿਲਿਆ, ਆਪਾਂ ਫਿਰ ਵੀ ਖੁਸ਼ ਨਹੀਂ। ਫਿਰ ਮੈਂ ਸਮਝਦਾ ਕਿ ਆਪਾਂ ਨਾ ਕਿਤੇ ਮੈਂਬਰਾਂ ਨੂੰ ਗੁੰਮਰਾਹ ਨਾ ਕਰੀਏ। ਮੇਰੇ ਸਾਬਕਾ ਪ੍ਰਧਾਨ ਮੇਰੇ ਸੀਨੀਅਰ ਨੇ, ਮੇਰੇ ਭਰਾ ਨੇ, ਆਓ ਆਪਾਂ ਮਿਲ ਕੇ ਮੈਂਬਰਾਂ ਨੂੰ ਇੱਕ ਭੁਲੇਖੇ ਨਾ ਪਾਈਏ, ਠੀਕ ਨੂੰ ਠੀਕ ਕਹੀਏ। ਅੱਜ ਜੇ ਕੋਈ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਸਰਕਾਰ ਦੇ ਕੋਲੋਂ ਹੋਰ ਰਿਲੈਕਸੇਸ਼ਨ ਚਾਹੀਦੀ ਹੈ, ਉਹ ਉਸ ਵੇਲੇ ਕਿੱਥੇ ਸੀ ਜਦੋਂ ਅਸੀਂ ਜਨਵਰੀ ਦੇ ਵਿੱਚ ਧੁੰਦਾਂ ਦੇ ਵਿੱਚ ਸਵੇਰੇ 6 ਵਜੇ ਚੱਲ ਕੇ ਦੂਜੇ ਦਿਨ ਸਵੇਰੇ 3-3 ਵਜੇ ਅਸੀਂ ਟਰੈਵਲ ਕਰਕੇ ਵਾਪਸ ਆਉਂਦੇ ਸੀਗੇ। ਉਦੋਂ ਕਿੱਥੇ ਸੀਗੇ ਜੀ? 6 ਸਾਲ ਦੇ ਵਿੱਚ ਹੁਣ ਤੱਕ ਆਵਾਜ਼ ਨਹੀਂ। ਅੱਜ ਜਦੋਂ ਸਿਰ ਤੇ ਗੱਲ ਪੈ ਗਈ ਹੈ, ਬਜਾਏ ਕਿ ਮੈਂਬਰਾਂ ਨੂੰ ਫੈਸਿਲੀਟੇਟ ਕਰਨ ਦੇ, ਅਖਬਾਰਾਂ ਦੀ ਲੜਾਈ 'ਚ ਨਾ ਪਈਏ। ਮੈਂਬਰ ਸਭ ਪਛਾਣਦੇ ਨੇ, ਜੇ ਕੋਈ ਪੋਲੀਟੀਕਲ ਲੜਾਈ ਜਦੋਂ ਆਏਗੀ, ਪੋਲੀਟੀਕਲ ਲੜਾਈ ਦੇਖਾਂਗੇ। ਮੈਂਬਰਾਂ ਦੀ ਸੇਵਾ ਕਰੀਏ, ਆਪਾਂ ਸੇਵਾ ਵਾਸਤੇ ਆਉਂਦੇ ਹਾਂ। ਮੇਰਾ ਲਾਸਟ ਮੈਸੇਜ ਇਹ ਹੈ ਮੈਂਬਰਾਂ ਨੂੰ ਕਿ ਕਿਰਪਾ ਕਰੋ, ਰਜਿਸਟ੍ਰੇਸ਼ਨ ਚਾਲੂ ਹੈ। ਜੇ ਕੋਈ ਸਰਕਾਰ ਨਾਲ ਗੱਲ ਕਰਨੀ ਹੈ, ਆਪਾਂ ਇਕੱਠੇ ਚੱਲਣ ਨੂੰ ਤਿਆਰ ਹਾਂ, ਹੋਰ ਘਟਾਵਾਂਗੇ, ਬਟ ਕੰਮ ਚੱਲਦੇ ਨੂੰ ਉੜਿੱਕਾ ਨਾ ਪਾਈਏ। ਇਹ ਕੋਈ ਵੋਟਾਂ ਦੀ ਰਾਜਨੀਤੀ ਨਹੀਂ। ਵੋਟਾਂ ਵੇਲੇ ਵੋਟਾਂ ਵੀ ਦੇਖ ਲਾਂਗੇ, ਪਤਾ ਨਹੀਂ ਸਰਕਾਰ ਕਿਹਦੀ ਆਣੀ ਹੈ। ਅੱਜ ਮੇਰੀ ਪੰਜਾਬ ਸਰਕਾਰ ਇੱਕ ਪਾਰਟੀ ਦੀ ਹੈ, ਇਸ ਤੋਂ ਪਹਿਲਾਂ ਦੂਜੀ ਪਾਰਟੀ ਸੀ, ਤੀਜੀ ਪਾਰਟੀ ਸੀਗੀ, ਵੋਟਰ ਤੇ ਉਹੀ ਰਹਿੰਦੇ ਨੇ। ਸੋ ਕਿਸੇ ਅਖਬਾਰ ਦਾ ਰਿਐਕਸ਼ਨ ਮੈਂ ਨਹੀਂ ਦੇ ਰਿਹਾ। ਮੈਂ ਰਿਕੁਐਸਟ ਕਰ ਰਿਹਾ ਕਿ ਜਿਹੜੇ ਕੁਝ ਮੇਰੇ ਭਰਾਵਾਂ ਨੇ, ਕਿਉਂਕਿ ਉਦੋਂ ਮੌਕੇ ਦੀ ਨਜ਼ਾਕਤ 60,000 ਰੁਪਏ ਸੀਗੀ, ਅੱਜ 10,000 ਰੁਪਏ ਹੈਗੀ ਆ। ਇਹਦਾ ਮਤਲਬ ਇਸ ਤੋਂ ਹਟ ਕੇ ਆਪਾਂ ਹੁਣ ਥੋੜੀ ਜੀ ਗੱਲ ਕਰ ਲਈਏ, ਇੰਡਸਟਰੀ ਕਿਸ ਤਰੀਕੇ ਦੇ ਨਾਲ ਦੇਖਦੀ ਹੈ, ਕਿਉਂਕਿ ਲਗਾਤਾਰ ਪੰਜਾਬ ਸਰਕਾਰ ਦੇ ਨਾਲ ਜਿਹੜਾ ਰੇੜਕਾ ਸੀਗਾ ਕਿ ਜਿਹੜੇ ਕੁਝ ਇਲਾਕੇ ਹੈਗੇ ਨੇ ਉਹਨਾਂ ਨੂੰ ਇੰਡਸਟਰੀਅਲ ਜ਼ੋਨ ਜਿਹੜਾ ਡਿਕਲੇਅਰ ਕਰ ਦਿੱਤਾ ਜਾਵੇ, ਉਹਨਾਂ ਨੂੰ ਜਿਹੜਾ ਇਲਾਕਿਆਂ ਨੂੰ ਸਰਕਾਰ ਦੇਖੇ ਤਾਂ ਉਹਨਾਂ ਨੂੰ ਰਿਲੈਕਸੇਸ਼ਨ ਦੇਵੇ। ਦੇਖੋ ਅੱਜ ਦਾ ਮੁੱਦਾ ਤੁਸੀਂ ਕੈਂਪ ਦਾ ਲਿਆ, ਪਰ ਮੈਂ ਇਹਦੇ ਬਾਰੇ ਇੰਨਾ ਕੁ ਰਿਐਕਸ਼ਨ ਦਿਆਂਗਾ ਕਿ ਮਿਕਸ ਲੈਂਡ ਦੀ ਇੰਡਸਟਰੀ ਬਾਰੇ ਆਲਰੇਡੀ ਵਿੱਤ ਮੰਤਰੀ ਜੀ ਨੂੰ, ਚੀਫ ਮਿਨਿਸਟਰ ਨੂੰ, ਜੰਜੂਆ ਸਾਹਿਬ ਜਿਹੜੇ ਸਾਡੇ ਚੀਫ ਸੈਕਟਰੀ ਨੇ ਉਹਨਾਂ ਨੂੰ, ਦਲੀਪ ਕੁਮਾਰ ਜੀ ਇਸ ਤੋਂ ਪਹਿਲਾਂ ਸਾਡੇ ਪ੍ਰਿੰਸੀਪਲ ਸੈਕਟਰੀ ਇੰਡਸਟਰੀ ਸੀ ਉਹਨਾਂ ਨੂੰ, ਇਨ ਪਰਸਨਲ ਮੀਟਿੰਗ ਹੋ ਚੁੱਕੀ ਹੈ। ਸਾਰੇ ਮੈਂਬਰਸ ਨੂੰ ਉਹਦੀਆਂ ਵੀਡੀਓ ਰਿਕਾਰਡਿੰਗ ਐਂਡ ਫੋਟੋ ਪਾਈਆਂ ਗਈਆਂ ਨੇ। ਸਰਕਾਰ ਨਾਲ ਅਸੀਂ ਪੂਰਾ ਰਾਬਤਾ ਕਾਇਮ ਰੱਖਿਆ ਹੋਇਆ ਵਾ। ਈਵਨ ਜਿਹੜੀ ਸੀਟ ਤੇ ਤੁਸੀਂ ਬੈਠੇ ਹੋ, ਇਸੇ ਦਫ਼ਤਰ ਦੇ ਵਿੱਚ ਮਾਨਯੋਗ ਸਾਡੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਜੀ ਵੀ ਹੋ ਕੇ ਗਏ ਸੀਗੇ, ਤੁਸੀਂ ਵੀ ਕਵਰ ਕੀਤਾ ਉਸ ਖਬਰ ਨੂੰ। ਉਹਨਾਂ ਨੂੰ ਵੀ ਇਹ ਕਿਹਾ ਵੀ ਇਹ ਭਾਈ ਪੰਜਾਬ ਦੀ ਇੰਡਸਟਰੀ ਮਾਸਟਰ ਪਲਾਨ ਕਿਉਂ ਬਣਿਆ ਸੀਗਾ ਕਿ ਗਵਰਨਮੈਂਟ ਕੋਲੇ ਪਲਾਟ ਦੇਣ ਨੂੰ ਜਗ੍ਹਾ ਨਹੀਂ ਹੈਗੀ। ਮੇਰੇ 85 ਤੋਂ 90% ਇੰਡਸਟਰੀ ਮਿਕਸ ਲੈਂਡ 'ਚ ਹੈਗੀ ਹੈ। ਮੈਂ ਆਪਣੇ ਮਿਕਸ ਲੈਂਡ ਦੇ ਮੈਂਬਰਾਂ ਨੂੰ, ਚਾਹੇ ਉਹ ਸਾਈਕਲ ਪਾਰਟਸ ਦੇ ਨੇ, ਹੌਜ਼ਰੀ ਦੇ ਨੇ, ਆਟੋ ਪਾਰਟਸ ਦੇ ਨੇ, ਨਟ ਬੋਲਟ ਦੇ ਹੈਗੇ ਨੇ, ਵਿਸ਼ਵਾਸ ਦਿਲਾਨਾ ਵਾ ਕਿ ਸਰਕਾਰ ਨੇ ਵਾਅਦਾ ਕੀਤਾ ਕਿ ਇੰਡਸਟਰੀ ਉਜੜਨ ਨਹੀਂ ਦੇਵਾਂਗੇ। ਜੇ ਮੇਰੀ ਮਿਕਸ ਲੈਂਡ ਦੀ ਇੱਕ ਵੀ ਇੰਡਸਟਰੀ ਜਾਏਗੀ, ਦੋਸਤੋ ਮੇਰਾ ਖੂਨ ਦਾ ਕਤਰਾ ਤੁਹਾਡੇ ਵਾਸਤੇ ਪਹਿਲੇ ਵਹੇਗਾ, ਤੁਹਾਡੇ ਦੇ ਬਾਅਦ 'ਚ ਦਿੱਕਤ ਆਏਗੀ। ਸਰਕਾਰ ਨੂੰ ਇਹ ਮੈਂ ਤਾੜਨਾ ਵੀ ਕਰਦਾ ਵਾਂ, ਸਰਕਾਰ ਨੂੰ ਮੈਂ ਵਾਰਨਿੰਗ ਵੀ ਦੇਣਾ ਵਾਂ, ਸਰਕਾਰ ਨੂੰ ਮੈਂ ਪਿਆਰ ਨਾਲ ਵੀ ਹੱਥ ਜੋੜ ਕੇ ਸਮਝਾ ਰਿਹਾ ਕਿ ਜੇ ਮਿਕਸ ਲੈਂਡ 'ਚੋਂ ਇੰਡਸਟਰੀ ਬਾਹਰ ਕੱਢੀ, ਪਲਾਟ ਤੁਹਾਡੇ ਕੋਲ ਹੈ ਨਹੀਂ ਗੇ, ਕਨੈਕਸ਼ਨ ਦੇਣ ਨੂੰ ਜਗ੍ਹਾ ਹੈ ਨਹੀਂ ਗੀ, ਵੱਡੀ ਇੰਡਸਟਰੀ ਜਿਹੜੀ ਛੋਟੀ ਇੰਡਸਟਰੀ 'ਚੋਂ ਮਾਲ ਲੈਂਦੀ ਹੈ ਉਹ ਬੰਦ ਹੋ ਜਾਏਗੀ, ਪੰਜਾਬ ਦੀ ਇਕਨੋਮੀ ਬਿਲਕੁਲ ਤਬਾਹ ਹੋ ਜਾਏਗੀ, ਰੈਵਨਿਊ ਖਤਮ ਹੋ ਜਾਏਗਾ। ਸੋ ਮਿਕਸ ਲੈਂਡ ਨੂੰ ਡਰਾਉਣ ਦੀ ਲੋੜ ਨਹੀਂ ਹੈਗੀ, ਚਾਹੇ ਸਰਕਾਰ ਵੱਲੋਂ, ਚਾਹੇ ਕੁਝ ਜਿਹੜੇ ਸਰਕਾਰ ਦੇ ਪਿੱਠੂ ਨੇ ਉਹਨਾਂ ਵੱਲੋਂ। ਮੈਂ ਰਿਕੁਐਸਟ ਕਰਦਾ ਕਿ ਮਿਕਸ ਲੈਂਡ ਦੇ ਨਾਲ ਖੜੇ ਹੋ ਜਾਓ। ਸਰਕਾਰ ਦੀ ਕੀ ਮਜਾਲ ਹੈ ਕਿ ਮੇਰੀ ਮਿਕਸ ਲੈਂਡ ਇੰਡਸਟਰੀ ਹਿਲਾ ਕੇ ਦਿਖਾ ਦੇਵੇ। ਅਸੀਂ ਮਿਕਸ ਲੈਂਡ ਇੰਡਸਟਰੀ ਨੂੰ ਇੱਥੇ ਹੀ ਇੰਡਸਟਰੀ ਏਰੀਆ ਘੋਸ਼ਿਤ ਕਰਾਵਾਂਗੇ। ਹਾਂ, ਜਿਹੜੀ ਪੋਲੂਟਿੰਗ ਇੰਡਸਟਰੀ ਹੈਗੀ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਆਪਣਾ ਇੱਕ ਫਰਜ਼ ਪਹਿਚਾਣੀਏ, ਪੋਲੂਸ਼ਨ ਨੂੰ ਕੰਟਰੋਲ ਕਰੀਏ। ਸਰਕਾਰ ਕਿਤੋਂ ਵੀ ਇੰਡਸਟਰੀ ਨਹੀਂ ਹਿਲਾ ਪਾਏਗੀ। ਸੋ ਸਰਕਾਰ ਨਾਲ ਰਾਬਤਾ ਕਾਇਮ ਹੈ। ਕੁਝ ਪ੍ਰੋਸੀਜਰਲ ਡਿਲੇ ਚੱਲ ਰਹੀਆਂ ਨੇ, ਇਹ ਬੜੀ ਜਲਦੀ ਦੂਰ ਹੋ ਜਾਣਗੀਆਂ। ਮਿਕਸ ਲੈਂਡ 'ਚੋਂ ਕੋਈ ਵੀ ਇੰਡਸਟਰੀ ਬਾਹਰ ਨਹੀਂ ਕੱਢੀ ਜਾਏਗੀ। ਚਾਵਲਾ ਜੀ, ਇਸ ਤੋਂ ਇਲਾਵਾ ਕਿਉਂਕਿ ਆਮ ਤੌਰ ਤੇ ਵੱਡੀਆਂ ਜਿਹੜਾ ਫੋਕਲ ਪੁਆਇੰਟ ਧਨਾਂਸੂ ਦੀ ਗੱਲ ਕਰੀਏ ਤਾਂ ਧਨਾਂਸੂ ਦੇ ਵਿੱਚ ਵੀ ਵੱਡੇ ਪ੍ਰੋਜੈਕਟ ਲਿਆਂਦੇ ਗਏ ਨੇ। ਉੱਥੇ ਜਿਹੜੇ ਹੈ ਸਮਾਲ ਸਕੇਲ ਇੰਡਸਟਰੀ ਨੂੰ ਕਿਹਾ ਗਿਆ ਸੀ ਕਿ ਉੱਥੇ ਜਾ ਕੇ ਤੁਸੀਂ ਆਪਣੀ ਇੰਡਸਟਰੀ ਨੂੰ ਸ਼ਿਫਟ ਕਰ ਸਕਦੇ ਹੋ, ਲਗਾ ਸਕਦੇ ਹੋ। ਲੁਧਿਆਣਾ ਦੀ ਖਾਸ ਤੌਰ ਤੇ ਜਿਹੜੀ ਇੰਡਸਟਰੀ ਹੈਗੀ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ ਆ, ਪਰ ਉੱਥੇ ਵੱਡੇ ਪ੍ਰੋਜੈਕਟ ਲਗਾ ਦਿੱਤੇ ਗਏ। ਕੀ ਲੱਗਦਾ ਉਸ ਨੂੰ ਲੈ ਕੇ ਵੀ ਇੰਡਸਟਰੀ ਫੇਸ ਕਰ ਰਹੀ ਹੈ ਕਿ ਉਹਨਾਂ ਨੂੰ, ਜਿਵੇਂ ਤੁਸੀਂ ਕਹਿ ਰਹੇ ਹੋ, ਜਗ੍ਹਾ ਨਹੀਂ ਮਿਲ ਰਹੀ ਤਾਂ ਜਿਹੜੀ ਇੱਕ ਜਗ੍ਹਾ ਸਿਲੈਕਟ ਕੀਤੀ ਗਈ ਸੀਗੀ ਉਹ ਵੱਡੇ ਘਰਾਣਿਆਂ ਨੂੰ ਦੇ ਦਿੱਤੀ ਗਈ? ਦੇਖੋ, ਮੈਂ ਫਿਰ ਰਿਕੁਐਸਟ ਕਰਦਾ ਸਰਕਾਰ ਨੂੰ ਕਿ ਪਹਿਲੇ ਤੇ ਨਬਜ਼ ਪਛਾਣੋ ਕਿ ਛੋਟੀ ਇੰਡਸਟਰੀ ਕੀ ਹੈ। ਛੋਟੀ ਇੰਡਸਟਰੀ ਮੰਗ ਕੇ ਨਹੀਂ ਖਾਂਦੀ। ਛੋਟੀ ਇੰਡਸਟਰੀ ਉਹ ਯੂਨਿਟ ਹੈ ਜਿਨ੍ਹਾਂ ਨੇ ਪਹਿਲੇ ਆਪਣੇ ਘਰ ਦੇ ਵਿੱਚ ਹੀ ਮਸ਼ੀਨ ਲਗਾਈ, ਇੱਕ ਕਮਰੇ 'ਚ ਮਸ਼ੀਨ, ਉਸੇ 'ਚ ਬਿਸਤਰਾ, ਹੌਲੀ ਹੌਲੀ ਕਰਕੇ ਮਸ਼ੀਨਾਂ ਵੱਧ ਗਈਆਂ, ਬਿਸਤਰਾ ਮੇਰਾ ਫਸਟ ਫਲੋਰ ਚਲਾ ਗਿਆ, ਨਾਲ ਦੇ ਮਕਾਨ 'ਚ ਚਲਾ ਗਿਆ।
ਛੋਟੀ ਇੰਡਸਟਰੀ ਮੰਗ ਕੇ ਨਹੀਂ ਖਾਂਦੀ। ਦੂਸਰੀ ਗੱਲ ਮੇਰੀ ਰਿਕੁਐਸਟ ਇਹ ਹੈਗੀ ਹੈ ਕਿ ਮਿਕਸ ਲੈਂਡ ਦਾ ਸਿਸਟਮ ਕੀ ਹੈ। ਪੰਜਾਬ ਸਰਕਾਰ ਨੇ ਸਟੱਡੀ ਕਰਵਾਈ ਕਿ ਜਿਹੜੇ ਏਰੀਏ ਦੇ ਵਿੱਚ ਬਹੁਤਾਤ ਇੰਡਸਟਰੀ ਦੀ ਹੈਗੀ ਹੈ, ਘਰੇਲੂ ਖਪਤਕਾਰ ਘੱਟ ਹੈਗੇ ਨੇ ਜਾਂ ਇੰਡਸਟਰੀ ਵਾਲੇ ਰਹਿੰਦੇ ਨੇ, ਉਹਦਾ ਪ੍ਰੋਪਰ ਸਟੱਡੀ ਕਰਕੇ 2007-8 ਦੇ ਵਿੱਚ ਮਾਸਟਰ ਪਲਾਨ ਆਫ ਪੰਜਾਬ ਲਾਗੂ ਕੀਤਾ। ਉਸ ਮਾਸਟਰ ਪਲਾਨ ਨੂੰ 2007-8 ਤੋਂ ਲੈ ਕੇ 2031 ਤੱਕ ਦਾ ਨਾਮ ਦਿੱਤਾ ਗਿਆ। ਕੁਝ ਏਰੀਏ ਆਈਡੈਂਟੀਫਾਈ ਕੀਤੇ ਗਏ ਜਿਹਦੇ ਵਿੱਚ ਤਕਰੀਬਨ ਅੱਜ ਦੀ ਡੇਟ ਦੇ ਵਿੱਚ 72 ਮੁਹੱਲੇ ਕਹੇ ਜਾਂਦੇ ਨੇ, ਉਹਨਾਂ ਦੀ ਇੰਡਸਟਰੀ ਉੱਥੇ ਲੱਗੀ ਹੋਈ ਹੈ। ਇਸ ਕਰਕੇ ਉਹ ਇੰਡਸਟਰੀ ਕੋਈ ਅਸੀਂ ਨਹੀਂ ਲਗਾਈ। ਤੁਸੀਂ ਧਨਾਂਸੂ ਦੀ ਗੱਲ ਕੀਤੀ ਹੈ, ਇਹ ਦੇਖਣਾ ਪਏਗਾ ਕਿ ਜਿਵੇਂ ਹੌਜ਼ਰੀ ਇੰਡਸਟਰੀ ਹੈਗੀ ਹੈ ਉਹਨੂੰ ਧਨਾਂਸੂ ਨੇੜੇ ਪੈਂਦਾ ਸ਼ਿਫਟ ਕੀਤੀ ਜਾ ਸਕਦੀ ਹੈ। ਮੇਰੀ ਇੰਜੀਨੀਅਰਿੰਗ ਇੰਡਸਟਰੀ ਜਿਹੜੀ ਹੈਗੀ ਹੈ ਇਨ ਔਰ ਅਰਾਊਂਡ ਗਿੱਲ ਰੋਡ ਪੈਂਦੀ ਹੈ, ਇਹਨਾਂ ਨੂੰ ਮਲੇਰਕੋਟਲਾ ਵੱਲ ਜਗ੍ਹਾ ਦਿਓ, ਅਸੀਂ ਲੈਣ ਨੂੰ ਤਿਆਰ ਹੈਗੇ ਹਾਂ। ਜਿਹੜੇ ਕੋਈ ਵੱਡੇ ਪਲਾਟ ਨੇ ਫੋਕਲ ਪੁਆਇੰਟ ਦਿਓ, ਸਰਕਾਰ ਕੋਲੇ ਫੋਕਲ ਪੁਆਇੰਟ ਨਹੀਂ ਬਣੇ। ਜਦ ਤੱਕ ਸਰਕਾਰ ਵੱਡੀ ਆਲਟਰਨੇਟ ਜਗ੍ਹਾ ਨਹੀਂ ਦਿੰਦੀ, ਛੋਟੀ ਇੰਡਸਟਰੀ ਡਿਪੈਂਡਿੰਗ ਅਪੋਨ ਦਾ ਏਰੀਆ, ਇੰਜੀਨੀਅਰਿੰਗ ਇੰਡਸਟਰੀ ਨੂੰ ਦਿਓ ਸਾਡੇ ਗਿੱਲ ਰੋਡ ਦੇ ਆਸ-ਪਾਸ ਜਾ ਕੇ। ਤੁਸੀਂ ਹੁਣ ਜਿਵੇਂ ਨਹਿਰ ਦੇ ਉੱਪਰ ਕਿਹਾ ਹੋਇਆ, ਦਿਓ ਜਗ੍ਹਾ, ਅਸੀਂ ਲੈਣ ਨੂੰ ਤਿਆਰ ਹਾਂ। ਛੋਟੀ ਇੰਡਸਟਰੀ 50-100 ਗਜ ਵਾਲੀ ਆਪਣਾ ਪਲਾਟ ਨਹੀਂ ਲੈ ਸਕਦੀ। ਮੇਰੀ ਪੁਰਜ਼ੋਰ ਅਪੀਲ ਹੈ ਸਰਕਾਰ ਨੂੰ ਕਿ ਜਿਹੜੇ ਮਿਕਸ ਲੈਂਡ ਦੇ ਵਿੱਚ ਤੁਸੀਂ ਆਈਡੈਂਟੀਫਾਈ ਕੀਤੇ ਆ ਪ੍ਰੋਪਰ ਸਟੱਡੀ ਤੋਂ ਬਾਅਦ ਦੇ ਵਿੱਚ, ਉਸ ਇੰਡਸਟਰੀ ਨੂੰ ਨਾ ਉਜਾੜਿਆ ਜਾਵੇ। ਜੇ ਇੰਡਸਟਰੀ ਉੱਥੋਂ ਉਜੜੀ, ਨਤੀਜਾ ਕੀ ਹੋਏਗਾ? ਅਨਐਮਪਲੋਇਮੈਂਟ ਜਨਰੇਟ ਹੋਏਗੀ, ਗੁੰਡਾਗਰਦੀ ਵਧੇਗੀ। ਜਦੋਂ ਇਹ ਗੁੰਡਾਗਰਦੀ ਵਧੇਗੀ, ਗੁੰਡਾਗਰਦੀ ਵਧਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਹੋਰ ਦਿੱਕਤ ਇਹ ਆਏਗੀ ਕਿ ਉਹ ਕੀ ਕੰਮ ਕਰਨਗੇ ਕਿੱਥੇ ਜਾ ਕੇ। ਸੋ ਉਹਨਾਂ ਨੂੰ ਉੱਥੇ ਹੀ ਵਸੇਬਾ ਕਰਾਓ ਜਦ ਤੱਕ ਜਗ੍ਹਾ ਲੈ ਕੇ ਨਹੀਂ ਦਿੰਦੇ। ਤੁਹਾਨੂੰ ਇਹੀ ਅਪਰੋਚ ਕੀਤੀ ਹੈ ਕਿ ਸਾਨੂੰ ਉਸ ਜਗ੍ਹਾ ਦਿਓ ਜਿੱਥੇ ਅਸੀਂ ਜਾ ਸਕੀਏ। ਅਸੀਂ ਤਾਂ ਅਪਰੋਚ ਇੱਥੇ ਤੱਕ ਕੀਤੀ ਹੈ ਕਿ ਜਿਹੜੇ ਮੇਰੇ ਕਨੈਕਸ਼ਨ ਨੇ ਉਹਨੂੰ ਫ੍ਰੀ ਆਫ ਕਾਸਟ ਸ਼ਿਫਟ ਕਰੋ। ਮੇਰੀ ਚਲਦੀ ਜਗ੍ਹਾ ਮੈਨੂੰ ਦਿਓ, ਮੈਂ ਮਸ਼ੀਨਾਂ ਚੁੱਕ ਕੇ ਲੈ ਜਾਵਾਂ ਕਿੱਥੇ। ਇਹ ਸਾਰਾ ਪ੍ਰੋਜੈਕਟ ਕਿਹਾ ਗਿਆ ਵਾ। ਜੰਜੂਆ ਸਾਹਿਬ ਨੇ ਵੀ, ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਵੀ, CM ਸਾਹਿਬ ਨੇ ਵੀ, FM ਸਾਹਿਬ ਨੇ ਵੀ, ਸਾਰੇ ਮੰਤਰੀ, ਸਾਰੇ MLA ਨੇ ਵਿਸ਼ਵਾਸ ਦਿਲਾਇਆ ਹੈ। ਈਵਨ ਅਵਨੀਤ ਬਿੱਟੂ ਜੀ ਮੈਂਬਰ ਪਾਰਲੀਮੈਂਟ ਨੇ ਵਿਸ਼ਵਾਸ ਦਿਲਾਇਆ ਹੈ ਇੰਡਸਟਰੀ ਨੂੰ ਉਜੜਨ ਨਹੀਂ ਦਿਆਂਗੇ, ਬਟ ਸਰਕਾਰੀ ਫਾਰਮੈਲਿਟੀ ਦੇ ਵਿੱਚ ਟਾਈਮ ਲੱਗ ਰਿਹਾ। ਇਸ ਕਰਕੇ ਜਦੋਂ ਸਰਕਾਰ ਦੇ ਨਾਲ ਅਸੀਂ ਇੱਕ ਅਪਰੋਚ ਦੇ ਦਿੱਤੀ, ਉਹਨਾਂ ਨੇ ਪੋਜ਼ਿਟਿਵ ਵਿਊ ਦੇ ਦਿੱਤਾ, ਤਾਂ ਇੰਡਸਟਰੀ ਬਾਹਰ ਨਹੀਂ ਜਾਏਗੀ। ਮੈਨੂੰ ਵਿਸ਼ਵਾਸ ਹੈ। ਸੋ ਸਾਫ਼ ਤੌਰ 'ਤੇ ਪ੍ਰਧਾਨ DS ਚਾਵਲਾ, ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਜਿਵੇਂ ਕਿ COC ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਔਰ ਨਾਲ ਹੀ ਇੰਡਸਟਰੀ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਵੀ ਨਿਜਾਤ ਦਿਵਾਉਣ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਚਾਹੇ ਕੇਂਦਰ ਸਰਕਾਰ ਹੈ, ਚਾਹੇ ਪੰਜਾਬ ਸਰਕਾਰ ਹੈ, ਜੋ ਵੀ ਉਹਨਾਂ ਦੀਆਂ ਮੰਗਾਂ ਨੇ ਰਲ ਕੇ ਲੜਨ ਨੂੰ ਤਿਆਰ ਨੇ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਗਲੋਬਲ ਪੰਜਾਬ TV।